ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਸ ਲੈਕਚਰ ਵਿੱਚ ਆਪਾਂ ਗਣਿਤ ਦਾ 5ਵਾਂ ਅਧਿਆਇ ਹੈ ਸਾਡੇ ਕੋਲ ਅੰਕ ਗਿਣਤਿਕ ਲੜੀਆਂ, ਉਹਦਾ ਇੱਕ ਬਹੁਤ ਮਹੱਤਵਪੂਰਨ ਟੌਪਿਕ ਜਿਹੜਾ ਹੈ AP ਦੇ ਪਹਿਲੇ n ਪਦਾਂ ਦਾ ਜੋੜਫਲ, ਜਿਸ ਨੂੰ ਪਤਾ ਕਰਨ ਲਈ ਜਿਹੜਾ ਸੂਤਰ ਹੁੰਦਾ ਸਾਡੇ ਕੋਲ SN = n/2 2a + n-1d, ਇਹ ਆਪਾਂ ਲਾਸਟ ਲੈਕਚਰ ਦੇ ਵਿੱਚ ਡਰਾਈਵ ਕੀਤਾ ਸੀ, ਫਾਰਮੂਲਾ ਬਣਾਇਆ ਸੀ। ਇਹਦੇ ਨਾਲ ਸੰਬੰਧਿਤ ਇਹਦੇ ਤੇ ਬੇਸਡ ਆਪਾਂ ਇੱਕ ਕੁਐਸਚਨ ਵੀ ਸੋਲਵ ਕੀਤਾ ਸੀ। ਅੱਜ ਦੀ ਇਸ ਵੀਡੀਓ ਵਿੱਚ ਵੀ ਆਪਾਂ ਇਸੇ ਫਾਰਮੂਲੇ ਦੇ ਨਾਲ ਕਿਵੇਂ ਆਪਾਂ ਅਲੱਗ-ਅਲੱਗ ਕੁਐਸਚਨਸ ਨੂੰ ਜਿਹੜੇ ਇਸ ਫਾਰਮੂਲੇ ਦੇ ਉੱਤੇ ਬੇਸ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਹੱਲ ਕਰਨਾ ਹੈ ਉਹ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਸੋ ਅੱਜ ਦੇ ਇਸ ਲੈਕਚਰ ਵਿੱਚ ਆਪਾਂ ਇਸੇ ਫਾਰਮੂਲੇ ਦੇ ਇਸੇ ਸੂਤਰ ਦੇ ਉੱਤੇ ਆਧਾਰਿਤ ਜਿਹੜੇ ਕੁਐਸਚਨ ਨੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਕੁਐਸਚਨਾਂ ਨੂੰ ਜਿਹੜਾ ਹੱਲ ਕਰਾਂਗੇ, ਸਮਝਣ ਦਾ ਯਤਨ ਕਰਾਂਗੇ। ਠੀਕ ਹੈ, ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। तो आओ देखते हैं सब तो पहला जो सवाल है साडे कोल अज दे लेक्चर का पहला सवाल, हेठां दित्तियां अंक गिणतिक लड़ियां दा जोड़फल पता करो। दा जोड़फल पता करो। ठीक है, ਇਹਦੇ ਵਿੱਚ ਪਹਿਲਾ ਸਵਾਲ ਜਿਹੜਾ ਅਸੀਂ ਕਰਾਂਗੇ ਉਹ ਹੈ ਸਾਡੇ ਕੋਲ 2,7, 12। ਇਹ ਸਾਡੇ ਕੋਲ ਅੰਕ ਗਿਣਤਿਕ ਲੜੀ ਹੈ। ਇਹਦਾ ਅਸੀਂ 10 ਪਦਾਂ ਤੱਕ ਜਿਹੜਾ ਜੋੜਫਲ ਹੈ ਉਹ ਪਤਾ ਕਰਨਾ ਹੈ, 10 ਪਦਾਂ ਤੱਕ। ਠੀਕ ਹੈ, तो इसी ढंग ਦੇ ਨਾਲ दूसरा सवाल ਜਿਹੜਾ ਹੈ ਉਹ ਸਾਡੇ ਕੋਲ ਹੈ -37, -33, -29। ਠੀਕ ਹੈ ਜੀ, ਇਸ ਲੜੀ ਦੇ ਵਿੱਚ ਆਪਾਂ 12 ਪਦਾਂ ਤੱਕ ਜਿਹੜਾ ਜੋੜਫਲ ਪਤਾ ਕਰਾਂਗੇ। ਠੀਕ, तो सब तो पहला ਆਪਾਂ ਜਿਹੜਾ ਪਹਿਲੇ ਭਾਗ ਦਾ ਹੱਲ ਇਹਦੇ ਵਿੱਚ ਕਰਾਂਗੇ। ਠੀਕ ਹੈ, ਪਹਿਲੇ ਭਾਗ ਦੇ ਵਿੱਚ ਜਿਹੜੀ AP ਹੈ ਉਹ ਸਾਡੇ ਕੋਲ ਕੀ ਹੈ, AP ਹੈ ਸਾਨੂੰ ਦਿੱਤੀ ਹੋਈ 2,7, 12। ਠੀਕ ਹੈ, ਔਰ ਇਹਦੇ ਵਿੱਚ ਜਿਹੜੀ n ਦੀ ਕੀਮਤ ਹੈ ਉਹ ਹੈ ਸਾਡੇ ਕੋਲ 10। n ਦੀ ਕੀਮਤ ਦਾ ਭਾਵ ਹੈ ਕਿ ਅਸੀਂ ਕਿੰਨੇ ਪਦਾਂ ਦਾ ਜਿਹੜਾ ਜੋੜਫਲ ਉਹ ਪਤਾ ਕਰਨਾ ਹੈ। ਆਪਾਂ 10 ਪਦਾਂ ਦਾ ਜੋੜਫਲ ਪਤਾ ਕਰਨਾ ਹੈ, ਤਾਂ n ਬਰਾਬਰ ਸਾਡੇ ਕੋਲ 10 ਹੈ। ਤਾਂ ਇਹਦੇ ਵਿੱਚ a ਜਿਹੜਾ ਹੈ ਉਹ ਸਾਡੇ ਕੋਲ 2, ਭਾਵ ਪਹਿਲਾ ਪਦ ਸਾਡੇ ਕੋਲ 2 ਹੈ, ਔਰ d ਦੀ ਕੀਮਤ ਸਾਡੇ ਕੋਲ 7 - 2 ਬਰਾਬਰ 5 ਆ ਜਾਏਗੀ। ਠੀਕ ਹੈ ਜੀ, ਤਾਂ d ਬਰਾਬਰ ਸਾਡੇ ਕੋਲ ਇਹਦੇ 'ਚ ਹੋ ਜਾਂਦਾ 5, n ਸਾਡੇ ਕੋਲ 10 ਔਰ a ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ ਹੈ 2। ਠੀਕ ਹੈ, ਤਾਂ ਫਾਰਮੂਲਾ ਸਾਨੂੰ ਪਤਾ ਹੈ, ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸੂਤਰ ਲਿਖਾਂਗੇ। ਅਸੀਂ ਜਾਣਦੇ ਹਾਂ ਕਿ SN ਬਰਾਬਰ n/2 2a + n - 1 d। ਠੀਕ ਹੈ, ਤਾਂ n ਦੀ ਕੀਮਤ ਜਿਹੜੀ ਹੈ ਉਹ ਆਪਾਂ 10 ਇੱਥੇ ਭਰ ਦਾਂਗੇ। ਇਹ ਸਾਡੇ ਕੋਲ S10 ਬਣ ਜਾਏਗਾ, 10/2 ਔਰ 2 a ਦੀ ਕੀਮਤ ਸਾਡੇ ਕੋਲ 2 ਹੈ, ਤਾਂ 2 × 2 ਆ ਜਾਏਗਾ। n ਦੀ ਕੀਮਤ ਇੱਥੇ ਵੀ ਸਾਡੇ ਕੋਲ 10, 10 - 1 ਨਾਲ d ਦੀ ਕੀਮਤ ਅਸੀਂ ਜਿਹੜੀ 5 ਪਤਾ ਕੀਤੀ ਹੈ ਉਹ ਆ ਜਾਏਗੀ। ਠੀਕ ਹੈ, ਤਾਂ ਇਹਨੂੰ ਅਸੀਂ ਹੱਲ ਕਰਾਂਗੇ। 10 ਨੂੰ 2 ਨਾਲ ਭਾਗ ਕੀਤਾ ਤਾਂ ਸਾਡੇ ਕੋਲ 5 ਆਏਗਾ। ਠੀਕ ਹੈ, ਬ੍ਰੈਕਟ ਦੇ ਅੰਦਰ ਅਸੀਂ 2 ਦੂਣੀ 4 ਪਲੱਸ ਇਹ ਸਾਡੇ ਕੋਲ 9 × 5 ਜਿਹੜਾ ਉਹ ਬਣ ਜਾਂਦਾ ਹੈ। ਇਸ ਤੋਂ ਬਾਅਦ ਇਹ ਸਾਡੇ ਕੋਲ ਬਣੇਗਾ 5 ਬ੍ਰੈਕਟ ਦੇ ਅੰਦਰ 4 ਜਮਾ, ਹਾਂਜੀ 9 5 ਕਿੰਨੇ ਹੁੰਦੇ ਆ, 9 5 45, ਤਾਂ ਇਹ 45 ਬਣ ਜਾਏਗਾ। तो 5 4 ਤੇ 45 ਜਿਹੜਾ ਮੇਰੇ ਕੋਲ 49 ਬਣ ਜਾਣਗੇ, 49। ਠੀਕ, तो 5 ਨੂੰ ਜਦੋਂ ਅਸੀਂ 49 ਦੇ ਨਾਲ ਗੁਣਾ ਕਰਾਂਗੇ ਤਾਂ ਇਹਦਾ ਜਿਹੜਾ ਉੱਤਰ ਹੈ ਉਹ ਆਪਣੇ ਕੋਲ ਬਣ ਜਾਏਗਾ 245। ਠੀਕ ਹੈ, S10 ਬਰਾਬਰ 245, ਭਾਵ ਕਿ ਦਿੱਤੀ ਹੋਈ ਅੰਕਗਣਿਤਿਕ ਲੜੀ ਦੇ ਵਿੱਚ ਪਹਿਲੇ 10 ਪਦਾਂ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 245 ਬਣੇਗਾ। ਠੀਕ ਹੈ, ਇਸ ਲਈ ਦਿੱਤੀ ਹੋਈ AP ਦੇ ਪਹਿਲੇ 10 ਪਦਾਂ ਦਾ ਜੋੜ, ਪਹਿਲੇ 10 ਪਦਾਂ ਦਾ ਜੋੜਫਲ 245 ਹੈ।
ठीक, ये साडे कोल पहले सवाल दा उत्तर है। इस तो बाद दूसरा जिहड़ा सवाल है, दूसरे दे विच AP जिहड़ी सानू दित्ती हुई है -37 -33 -29 दा असीं 12 पदां तक जिहड़ा पता करना है जोड़फल, तो इहनूं आओ असीं करदे हां। ਹਾਂਜੀ, ਦੂਜੇ ਭਾਗ ਦੇ ਵਿੱਚ ਜੋ AP ਹੈ ਉਹ ਸਾਡੇ ਕੋਲ ਹੈ -37 -33 -29, ठीक है। और n ਦੀ ਜੋ ਕੀਮਤ ਹੈ ਉਹ ਸਾਨੂੰ ਇਹਦੇ ਵਿੱਚ 12 ਜਿਹੜੀ ਦਿੱਤੀ ਹੋਈ ਹੈ, ਠੀਕ ਹੈ। 12 ਪਦਾਂ ਦਾ ਜੋੜਫਲ ਅਸੀਂ ਪਤਾ ਕਰਨਾ ਹੈ, ਠੀਕ ਹੈ ਵਿਦਿਆਰਥੀਓ। ਤੋ ਇਹਦੇ ਵਿੱਚ A ਸਾਡੇ ਕੋਲ ਜਿਹੜਾ ਉਹ ਕੀ ਬਣ ਜਾਂਦਾ ਹੈ -37 ਔਰ D ਦੀ ਕੀਮਤ ਅਸੀਂ ਅਗਰ ਪਤਾ ਕਰਾਂਗੇ ਤਾਂ ਦੂਸਰੇ ਪਦ ਦੇ ਵਿੱਚੋਂ ਆਪਾਂ ਸੈਕਿੰਡ ਟਰਮ ਚੋਂ ਫਰਸਟ ਟਰਮ ਜਿਹੜਾ ਉਹ ਮਾਈਨਸ ਕਰਾਂਗੇ, ਤਾਂ -33 ਦੇ ਵਿੱਚੋਂ -37 ਅਸੀਂ ਘਟਾਵਾਂਗੇ, तो ये बन जाएगा साढ़े कोल -33 माइनस माइनस प्लस प्लस 37, तो ये 37 घटाओ 33 ਜਿਹੜਾ ਸਾਡੇ ਕੋਲ ਬਣ ਜਾਂਦਾ ਹੈ। 37 ਦੇ ਵਿੱਚੋਂ 33 ਅਸੀਂ ਘਟਾਵਾਂਗੇ ਤਾਂ ਸਾਡੇ ਕੋਲ ਜਿਹੜਾ ਬਾਕੀ ਹੈ ਉਹ 4 ਪ੍ਰਾਪਤ ਹੁੰਦਾ ਹੈ। तो ਸਾਂਝਾ ਅੰਤਰ ਜਿਹੜਾ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ 4 4 ਬਣ ਜਾਂਦਾ ਹੈ। ਇਸ ਤੋਂ ਬਾਅਦ ਫਿਰ ਅਸੀਂ ਪਹਿਲਾਂ ਸੂਤਰ ਲਿਖਾਂਗੇ। ਅਸੀਂ ਜਾਣਦੇ ਹਾਂ ਕਿ हाँ जी SN बराबर n/2 n/2 2a प्लस n-1 इंटू डी, ठीक। तो ये कीमतां जिहड़ियां असीं भरांगे, n की कीमत जिहड़ी साडे कोल 12 असीं भरांगे और a की कीमत साडे कोल -37 है और इसी तरह d की जिहड़ी कीमत है वो असीं 4 पता कीती है, ठीक। तो साडे कोल ये बन जाएगा, तो साडे कोल ये बनेगा S12 S12 बराबर 12/2, ए की कीमत साडे कोल -37 है प्लस 12 घटाओ 1 और डी की कीमत साडे कोल 4 है, ठीक। तो इनू असीं अगे हल करते हैं। 12 नूं 2 नाल भाग कीता साडे कोल 6 बन जाएगा और 37 नूं जदों असीं 2 नाल गुणा करांगे तो ये साडे कोल बनेगा 74 -74 आएगा -74 और प्लस 12 चों 1 कढ़िया साडे कोल 11 आएगा, ठीक। तो ये साडे कोल बन जाता है 6 गुणा -74 11 चौक 44 प्लस 44, तो ये बनेगा अपने कोल 6 ब्रैकेट दे विच हुण साडे कोल ये -74 है और ये 44 है, ठीक है। तो दोनों का साइन ऑपोजिट है तो माइनस का होएगा, बट साइन भी साडे कोल माइनस का आएगा क्योंकि वड्डी वाली 74 के अगे साडे कोल घटाओ का निशान है, तो ये साडे कोल बनेगा 30 घटाओ दे 30 6 3 18, तो ये साडे कोल -180 जिहड़ा आंसर इहदा -180 घटाओ दे 180 उत्तर इस सवाल का साडे कोल बनदा है, ठीक। तो असीं लिख दांगे कि दित्ती हुई लड़ी दे विच दे पहले 12 पदां दा जिहड़ा जोड़फल है वो साडे कोल घटाओ दे 180 है, ठीक है। इसलिए दित्ती हुई AP दे पहले 12 पदां दा जोड़फल पहले 12 पदां दा जोड़फल घटाओ दे 180 है, ठीक है। सो ये साडे कोल अज दे लैक्चर दे पहले 2 सवाल जिहड़े आपां कीते ने, ठीक है। मैनूं उम्मीद है कि इन्हां नूं तुसीं बहुत चंगी तरह नोट कर लिया होएगा अते समझ भी लिया होएगा। तो आओ इस तो बाद अगला सवाल आपां देखते हैं। हाँ जी, तो अगला सवाल जिहड़ा असीं अज करांगे वो है, जेकर किसी AP दे पहले 14 पदां दा जोड़ 1050 है ਅਤੇ ਇਸ ਦਾ ਪਹਿਲਾ ਪਦ 10 ਹੈ ਤਾਂ 20ਵਾਂ ਪਦ ਪਤਾ ਕਰੋ, ਠੀਕ ਹੈ। ਤਾਂ 20ਵਾਂ ਪਦ ਪਤਾ ਕਰੋ। तो ਆਪਾਂ ਦੇਖਦੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਦਿੱਤਾ ਕੀ ਹੋਇਆ, ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਲਿਖਿਆ ਕਿ ਪਹਿਲੇ 14 ਪਦਾਂ ਦਾ ਜੋੜ ਜਿਹੜਾ ਉਹ 1050 ਹੈ। तो ਇਹਦੇ ਤੋਂ ਸਾਨੂੰ ਕੀ ਪਤਾ ਚੱਲਦਾ ਹੈ ਕਿ S14 S14 ਜਿਹੜਾ ਸਾਡੇ ਕੋਲ ਉਹ 1050 ਹੈ, ਠੀਕ ਹੈ।
और n ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ ਕਿੰਨੀ ਹੈ 14 ਕਿਉਂਕਿ 14 ਪਦਾਂ ਦੀ ਗੱਲ ਚੱਲ ਰਹੀ ਹੈ ਇਹਦੇ 'ਚ ਠੀਕ ਹੈ। ਇਸ ਤੋਂ ਬਾਅਦ ਜਿਹੜਾ ਪਹਿਲਾ ਪਦ ਹੈ ਭਾਵ a ਹੈ a ਦੀ ਕੀਮਤ ਜਿਹੜੀ ਸਾਡੇ ਕੋਲ ਉਹ 10 ਹੈ ਠੀਕ ਹੈ। ਤੇ 20ਵਾਂ ਪਦ ਜਿਹੜਾ ਅਸੀਂ ਪਤਾ ਕਰਨਾ ਹੈ ਮਤਲਬ ਕਿ a20 ਜਿਹੜਾ ਉਹ ਅਸੀਂ ਕੈਲਕੂਲੇਟ ਕਰਨਾ ਹੈ ਇਹਦੇ 'ਚ ਠੀਕ ਹੈ। तो सब तो पहला क्योंकि ਜਿਹੜਾ ਫਾਰਮੂਲਾ ਸਾਨੂੰ ਪਤਾ ਹੈ ਕਿ ਜਿਹੜਾ ਏਪੀ ਦੇ ਪਹਿਲੇ n ਪਦਾਂ ਨੂੰ ਪਤਾ ਕਰਨ ਦਾ ਜਿਹੜਾ ਫਾਰਮੂਲਾ ਹੁੰਦਾ ਸਾਡੇ ਕੋਲ ਜਿਵੇਂ ਕਿ Sn ਸਾਡੇ ਕੋਲ ਕੀ ਹੁੰਦਾ n/2 2a plus n-1 d ਠੀਕ ਹੈ। ਇਹਦੇ 'ਚ ਹੁਣ ਜਿਹੜੀ ਕੀਮਤ ਮੈਨੂੰ ਪਤਾ ਹੈ ਉਹ ਸਾਰੀ ਆਪਾਂ ਭਰ ਦਿਆਂਗੇ। n ਦੀ ਕੀਮਤ ਸਾਨੂੰ ਪਤਾ ਹੈ 14 ਹੈ तो ये मेरे को बन जाएगा S14 बराबर 14/2 और 2 a ਦੀ ਕੀਮਤ ਜਿਹੜੀ 10 ਉਹ ਵੀ ਸਾਨੂੰ ਦਿੱਤੀ ਹੋਈ ਹੈ ਪਲੱਸ n ਦੀ ਕੀਮਤ 14 14 ਘਟਾਓ 1 d ਦੀ ਕੀਮਤ ਸਾਨੂੰ ਨਹੀਂ ਪਤਾ ਹੈ d ਜਿਹੜਾ ਇੱਥੇ ਐਜ਼ ਇਟ ਇਜ਼ ਉਹ ਰਹੇਗਾ ਠੀਕ ਹੈ। ਇਸ ਤੋਂ ਬਾਅਦ S14 ਜਿਹੜਾ ਹੈ ਉਹ ਵੀ ਆਪਾਂ ਨੂੰ ਪਤਾ ਹੈ S14 ਦੀ ਜਿਹੜੀ ਕੀਮਤ ਹੈ ਉਹ ਸਾਨੂੰ ਦਿੱਤੀ ਹੋਈ ਹੈ 1050। ਅਗਲੇ ਸਟੈਪ ਦੇ ਵਿੱਚ ਆਪਾਂ ਇਹਦੀ ਜਗ੍ਹਾ ਤੇ 1050 ਭਰਾਂਗੇ। ਸੋ S14 ਸਾਡੇ ਕੋਲ 1050 ਬਣੇਗਾ। 14 ਨੂੰ 2 ਨਾਲ ਭਾਗ ਕਰੋਗੇ ਤਾਂ ਬੱਚੋ ਇੱਥੇ ਸਾਡੇ ਕੋਲ 7 ਆਏਗਾ। ਇਸ ਤੋਂ ਬਾਅਦ 10 ਦੁਣਾ ਸਾਡੇ ਕੋਲ ਇਹ 20 ਬਣ ਜਾਏਗਾ ਪਲੱਸ ਹਾਂਜੀ 14 ਚੋਂ 1 ਘਟਾਵਾਂਗੇ ਤਾਂ ਇਹ 13 ਡੀ ਜਿਹੜਾ ਸਾਡੇ ਕੋਲੋਂ ਬਣ ਜਾਂਦਾ ਹੈ ਠੀਕ। ਹੁਣ ਅਗਲੇ ਸਟੈਪ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਜਾਂ ਤਾਂ ਅਸੀਂ 7 ਨੂੰ ਜਿਹੜਾ ਪਹਿਲਾਂ 20 ਤੇ 13 ਡੀ ਦੇ ਨਾਲ ਮਲਟੀਪਲਾਈ ਕਰੀਏ ਜਾਂ ਫਿਰ 7 ਨੂੰ ਅਸੀਂ ਦੂਜੇ ਪਾਸੇ ਲਿਜਾ ਸਕਦੇ ਹਾਂ ਔਰ ਇਹ ਦੂਜੇ ਪਾਸੇ ਜਾ ਕੇ ਖੱਬੇ ਪਾਸੇ 1050 ਨੂੰ ਭਾਗ ਕਰੇਗਾ ਠੀਕ ਹੈ। 1050 ਵਟਾ 7 ਇਹ ਸਾਡੇ ਕੋਲ ਬਰਾਬਰ ਬਣਦਾ ਹੈ 20 ਜਮਾ 13 ਡੀ ਦੇ ਠੀਕ ਹੈ। तो ਇਹਨੂੰ ਜਦੋਂ ਅਸੀਂ ਅੱਗੇ ਹੱਲ ਕਰਾਂਗੇ तो 20 ਜਮਾ 13 ਡੀ ਇਹ ਸਾਡੇ ਕੋਲ ਬਣ ਜਾਏਗਾ ਹਾਂਜੀ 1050 ਨੂੰ ਅਸੀਂ 7 ਦੇ ਨਾਲ ਭਾਗ ਕਰਕੇ ਦੇਖ ਲੈਂਦੇ ਹਾਂ। 1 7 7 ਘਟਾਵਾਂਗੇ ਤਾਂ ਸਾਡੇ ਕੋਲ ਇੱਥੇ 3 ਆਏਗਾ ਫਿਰ 5 ਉੱਪਰੋਂ ਉਤਾਰਾਂਗੇ ਆਪਾਂ 7 5 35 ਠੀਕ। ਫਿਰ ਸਾਡੇ ਕੋਲ ਬਾਕੀ 0 ਇਹ ਜਿਹੜਾ 1 ਰਹਿੰਦਾ ਉਹ ਵੀ ਅਸੀਂ ਉਤਾਰ ਲੈਂਦੇ ਹਾਂ ਫਿਰ 0 ਤੇ ਜਾਏਗਾ ਇਹ ਲਓ ਜੀ। तो 1050 ਨੂੰ ਜੇ ਅਸੀਂ 7 ਨਾਲ ਭਾਗ ਕਰਦੇ ਹਾਂ ਤਾਂ ਸਾਡੇ ਕੋਲ 150 150 ਜਿਹੜਾ ਬਣਦਾ ਹੈ ਠੀਕ ਹੈ। तो ਇੱਥੇ ਸਾਡੇ ਕੋਲ ਕੀ ਬਣਦਾ ਹੈ 150। तो ਇਹਦੇ ਵਿੱਚੋਂ 13 ਡੀ ਦੀ ਕੀਮਤ ਜਿਹੜੀ ਉਹ ਕੀ ਬਣੇਗੀ 20 ਨੂੰ ਅਸੀਂ ਦੂਜੇ ਪਾਸੇ ਲਿਜਾਵਾਂਗੇ ਤੇ 150 ਦੇ ਵਿੱਚੋਂ ਘਟਾ ਦੇਵਾਂਗੇ ਠੀਕ ਹੈ। 150 ਦੇ ਵਿੱਚੋਂ 20 ਨੂੰ ਘਟਾਉਣ ਤੇ ਸਾਨੂੰ ਕੀ ਪ੍ਰਾਪਤ ਹੋਏਗਾ 130 ਠੀਕ ਹੈ। ਭਾਵ ਕਿ ਜਿਹੜਾ 13 ਡੀ ਹੈ ਸਾਡੇ ਕੋਲ ਇਹਦੀ ਕੀਮਤ ਸਾਡੇ ਕੋਲ ਕਿੰਨੀ ਬਣ ਗਈ 130। तो 13 ਦੇ ਨਾਲ ਜਦੋਂ ਅਸੀਂ ਭਾਗ ਕਰਾਂਗੇ ਦੂਜੇ ਪਾਸੇ ਜਾ ਕੇ ਤਾਂ ਡੀ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਕਿੰਨੀ ਆ ਜਾਏਗੀ 10 ਆ ਜਾਏਗੀ ਠੀਕ ਹੈ। 130 ਨੂੰ 13 ਦੇ ਨਾਲ ਭਾਗ ਕਰਨ ਤੇ ਸਾਡੇ ਕੋਲ ਡੀ ਜਿਹੜਾ ਉਹ 10 ਪ੍ਰਾਪਤ ਹੁੰਦਾ ਹੈ ਠੀਕ ਹੈ। ਤਾਂ ਹੁਣ ਇਸ ਤੋਂ ਅਗਲਾ ਕੰਮ ਜਿਹੜਾ ਸਾਡੇ ਕੋਲ ਹੈ ਕਿ ਅਸੀਂ 20ਵਾਂ ਪਦ ਜਿਹੜਾ ਉਹ ਇਸ ਏਪੀ ਦਾ ਪਤਾ ਕਰਨਾ ਹੈ। 20ਵਾਂ ਪਦ ਜਿਹੜਾ ਅਸੀਂ ਇਸ ਏਪੀ ਦਾ ਜਿਹੜਾ ਉਹ ਸਾਨੂੰ ਪਤਾ ਕਰਨ ਵਾਸਤੇ ਕਿਹਾ ਹੋਇਆ ਭਾਵ ਕਿ A20 ਜਿਹੜਾ ਅਸੀਂ ਕੈਲਕੂਲੇਟ ਕਰਨਾ ਹੈ। तो A20 ਦੇ ਲਈ ਹੁਣ ਸਾਡੇ ਕੋਲ ਜਿਹੜਾ ਫਾਰਮੂਲਾ ਹੁੰਦਾ A + n-1d ਉਹਦੇ ਵਿੱਚ ਸਾਡੇ ਕੋਲ A ਜਿਹੜਾ ਅਸੀਂ 10 ਜਿਹੜਾ ਉਹ ਫਿਲ ਕਰਾਂਗੇ n ਦੀ ਕੀਮਤ ਸਾਡੇ ਕੋਲ ਜਿਹੜੀ ਉਹ 20 ਹੋਏਗੀ ਕਿਉਂਕਿ 20ਵਾਂ ਪਦ ਅਸੀਂ ਪਤਾ ਕਰਨਾ ਹੈ ਔਰ d ਜਿਹੜਾ ਅਸੀਂ ਇਹ ਕੈਲਕੂਲੇਟ ਕਰ ਲਿਆ d ਬਰਾਬਰ 10 ਠੀਕ ਹੈ। तो ਆਓ ਦੇਖਦੇ ਹਾਂ ਇਸ ਤੋਂ ਬਾਅਦ ਹੁਣ an ਸਾਡੇ ਕੋਲ ਹੁੰਦਾ ਹੈ A + n-1d ਠੀਕ ਹੈ। तो A20 ਜਿਹੜਾ ਸਾਡੇ ਕੋਲ ਕੀ ਬਣ ਜਾਏਗਾ A20 ਬਰਾਬਰ ਹਾਂਜੀ A ਦੀ ਕੀਮਤ ਜਿਹੜੀ ਸਾਨੂੰ ਸਵਾਲ ਦੇ ਵਿੱਚ ਦਿੱਤੀ ਹੋਈ ਹੈ A ਬਰਾਬਰ 10 ਹੈ तो 10 ਜਮਾ 20 ਘਟਾਓ 1 ਔਰ D ਦੀ ਜਿਹੜੀ ਕੀਮਤ ਹੈ ਉਹ ਵੀ ਸਾਡੇ ਕੋਲ 10 ਹੈ ਆਪਾਂ ਹੁਣੇ ਪਤਾ ਕਰਕੇ ਆਏ ਹਾਂ। तो ਇਹ ਆਪਣੇ ਕੋਲ ਬਣੇਗਾ 10 ਜਮਾ 19 ਗੁਣਾ 10 ਠੀਕ ਹੈ। तो 10 ਜਮਾ 190 तो ਇਹ ਕਿੰਨਾ ਬਣ ਜਾਂਦਾ ਸਾਡੇ ਕੋਲ 200 ਭਾਵ ਕਿ A20 ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਕਿੰਨੀ ਹੋ ਗਈ 200 ਠੀਕ ਹੈ। तो ਆਪਾਂ ਲਿਖ ਸਕਦੇ ਹਾਂ ਕਿ ਦਿੱਤੀ ਹੋਈ AP ਦਾ ਜਿਹੜਾ ਲੋੜੀਂਦਾ 20ਵਾਂ ਪਦ ਹੈ ਉਹ ਸਾਡੇ ਕੋਲ ਕਿੰਨਾ ਹੈ 200 ਠੀਕ ਹੈ। ਇਸ ਤਰ੍ਹਾਂ ਦਿੱਤੀ ਹੋਈ AP ਦਾ ਵੀਹਵਾਂ ਪਦ 200
ठीक है। ਸੋ ਵਿਦਿਆਰਥੀਓ ਇਸ ਸਵਾਲ ਦੇ ਵਿੱਚ ਆਪਾਂ ਦੇਖ ਸਕਦੇ ਇਹਨੂੰ ਅਸੀਂ ਅਲੱਗ ਢੰਗ ਦੇ ਨਾਲ ਜਿਹੜਾ ਪਿਛਲੇ ਸਵਾਲ ਦੇ ਨਾਲੋਂ ਅਲੱਗ ਡਿਫਰੈਂਟ ਸੀ। ਇਹਦੇ 'ਚ ਅਸੀਂ ਸਮ ਪਤਾ ਨਹੀਂ ਸੀ ਕਰਨਾ, ਜੋੜਫਲ ਜਿਹੜਾ ਨਹੀਂ ਸੀ ਪਤਾ ਕਰਨਾ। ਜੋੜਫਲ ਸਾਨੂੰ ਦਿੱਤਾ ਹੋਇਆ ਸੀ, ਠੀਕ ਹੈ। ਜੋੜਫਲ ਦਿੱਤਾ ਹੋਇਆ ਸੀ ਪਰ ਉਹਨੂੰ ਵਰਤ ਕੇ ਉਹਨੂੰ ਅਸੀਂ ਯੂਜ਼ ਕਰਕੇ ਇਸ ਏਪੀ ਦਾ ਜਿਹੜਾ 20ਵਾਂ ਪਦ ਹੈ ਉਹ ਪਤਾ ਕਰਨਾ ਸੀ, ਤਾਂ ਉਹਨੂੰ ਆਪਾਂ ਇਸ ਢੰਗ ਦੇ ਨਾਲ ਵੀ ਕਰ ਸਕਦੇ ਹਾਂ, ਠੀਕ ਹੈ। ਵੈਸੇ ਵੀ ਅਗਰ ਆਪਾਂ ਗੱਲ ਕਰੀਏ, ਜਿਵੇਂ ਇਹ ਜਿਹੜਾ ਸਾਡੇ ਕੋਲ ਸੂਤਰ ਹੈ SN ਬਰਾਬਰ n/2 2a plus n minus 1d, ਇਹਦੇ 'ਚ ਅਗਰ ਆਪਾਂ ਚੈੱਕ ਕਰੀਏ ਤਾਂ ਸਾਡੇ ਕੋਲ ਕਿੰਨੇ ਅਨਨੋਨ ਨੇ। ਇੱਕ ਤਾਂ ਸਾਡੇ ਕੋਲ ਇਹਦੇ 'ਚ ਸਮ ਆਉਂਦਾ SN, ਦੂਸਰਾ ਸਾਡੇ ਕੋਲ n ਆਉਂਦਾ ਕੀਮਤ ਮਤਲਬ ਪਦਾਂ ਦੀ ਸੰਖਿਆ, ਫਿਰ ਸਾਡੇ ਕੋਲ ਪਹਿਲਾ ਪਦ ਆਉਂਦਾ a, ਫਿਰ ਸਾਡੇ ਕੋਲ d ਆਉਂਦਾ, ਠੀਕ ਹੈ, ਸਾਂਝਾ ਅੰਤਰ। ਤੋ ਇਹ ਚਾਰਾਂ ਦੇ ਵਿੱਚੋਂ ਸਾਨੂੰ ਕੋਈ ਵੀ ਤਿੰਨ ਜਿਹੜੇ ਆ ਉਹ ਸਵਾਲ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਦਿੱਤੇ ਹੋ ਸਕਦੇ ਆ। ਜਿਵੇਂ ਅਗਰ ਸਾਨੂੰ ਪਦਾਂ ਦੀ ਸੰਖਿਆ ਪਤਾ ਹੈ, ਸਾਨੂੰ ਪਹਿਲਾ ਪਦ ਪਤਾ ਹੈ ਤੇ ਸਾਨੂੰ ਸਾਂਝਾ ਅੰਤਰ ਪਤਾ ਹੈ, ਤਾਂ ਫਿਰ ਸਾਨੂੰ ਜਿਹੜਾ ਹੈ ਉਹ ਪਹਿਲੇ n ਪਦਾਂ ਦਾ ਜੋੜਫਲ ਜਿਹੜਾ ਪਤਾ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਉਲਟਾ ਇਹ ਵੀ ਹੋ ਸਕਦਾ ਕਿ ਸਾਨੂੰ ਸਮ ਪਤਾ ਹੋਵੇ, ਸਾਨੂੰ ਪਦਾਂ ਦੀ ਸੰਖਿਆ ਪਤਾ ਹੋਵੇ, ਸਾਨੂੰ ਪਹਿਲਾ ਪਦ ਪਤਾ ਹੋਵੇ ਔਰ ਸਾਨੂੰ ਜਿਹੜਾ d ਹੈ ਉਹ ਕੈਲਕੂਲੇਟ ਕਰਨ ਲਈ ਕਿਹਾ ਜਾਵੇ। ਜਿਵੇਂ ਅਸੀਂ ਇਸ ਸਵਾਲ ਦੇ ਵਿੱਚ ਪਹਿਲਾਂ d ਨੂੰ ਸਾਂਝੇ ਅੰਤਰ ਨੂੰ ਲੱਭਿਆ, ਫਿਰ ਉਸ ਤੋਂ ਬਾਅਦ ਅਸੀਂ 20ਵਾਂ ਪਦ ਜਿਹੜਾ ਉਹ ਪਤਾ ਕੀਤਾ। ਸੋ ਚਾਰੋਂ ਚੀਜ਼ਾਂ ਦੇ ਵਿੱਚੋਂ ਸਾਨੂੰ ਕੋਈ ਵੀ ਤਿੰਨ ਜਿਹੜੀਆਂ ਕਿਸੇ ਨਾ ਕਿਸੇ ਢੰਗ ਦੇ ਨਾਲ ਦਿੱਤੀਆਂ ਹੋ ਸਕਦੀਆਂ ਨੇ, ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਵਰਤ ਕੇ ਅਸੀਂ ਚੌਥਾ ਜਿਹੜਾ ਪੈਰਾਮੀਟਰ ਹੈ ਇਹਦੇ ਵਿੱਚ ਜਿਹੜਾ ਵੀ ਉਹ ਹੋਏਗਾ, ਜਿਹੜਾ ਸਾਨੂੰ ਨਹੀਂ ਦਿੱਤਾ ਹੋਏਗਾ, ਉਹ ਅਸੀਂ ਪਤਾ ਕਰ ਸਕਦੇ ਹਾਂ ਇਸ ਫਾਰਮੂਲੇ ਨੂੰ ਵਰਤ ਕੇ, ਠੀਕ ਹੈ। ਇਸ ਤੋਂ ਬਾਅਦ ਆਓ ਅਸੀਂ ਅਗਲਾ ਸਵਾਲ ਜਿਹੜਾ ਦੇਖਦੇ ਹਾਂ। ਹਾਂਜੀ ਵਿਦਿਆਰਥੀਓ, ਤੇ ਅਗਲਾ ਸਵਾਲ ਸਾਡੇ ਕੋਲ ਹੈ ਕਿ AP 24, 21, 18 ਦੇ ਕਿੰਨੇ ਪਦ ਲਏ ਜਾਣ, ਕਿੰਨੀਆਂ ਟਰਮਸ ਇਹਦੀਆਂ ਲਈਆਂ ਜਾਣ ਤਾਂ ਕਿ ਉਹਨਾਂ ਦਾ ਜੋੜਫਲ ਜਿਹੜਾ ਸਾਡੇ ਕੋਲ ਉਹ 78 ਹੋਵੇ, ਠੀਕ ਹੈ। ਇਹਦੇ 'ਚ ਜੋ ਚੀਜ਼ਾਂ ਪਹਿਲਾਂ ਸਾਨੂੰ ਦਿੱਤੀਆਂ ਹੋਈਆਂ ਨੇ ਉਹ ਅਸੀਂ ਦੇਖ ਲੈਂਦੇ ਹਾਂ। AP ਸਾਨੂੰ ਗਿਵਨ ਹੈ, AP ਤੋਂ ਅਸੀਂ ਜੋ ਜਾਣਕਾਰੀ ਜਿਹੜੀ ਸਾਨੂੰ ਮਿਲੇਗੀ, AP ਸਾਡੇ ਕੋਲ ਹੈ 24, 21, 18, ਠੀਕ ਹੈ। AP ਦੇ ਤਿੰਨ ਜਿਹੜੇ ਪਦ ਨੇ, ਤਿੰਨ ਟਰਮਸ ਨੇ ਉਹ ਸਾਨੂੰ ਦਿੱਤੀਆਂ ਹੋਈਆਂ ਨੇ, ਠੀਕ ਹੈ। ਇਹਦੇ ਵਿੱਚੋਂ ਅਗਰ ਅਸੀਂ ਦੇਖੀਏ ਤਾਂ A ਜਿਹੜਾ ਹੈ ਉਹ ਸਾਨੂੰ ਦਿੱਤਾ ਹੋਇਆ ਹੈ ਉਹ 24 ਬਣ ਜਾਏਗਾ, ਠੀਕ ਹੈ। ਔਰ ਇੱਕ ਸਾਨੂੰ SN ਦਿੱਤਾ ਹੋਇਆ ਹੈ, ਜੋੜਫਲ ਲਿਖਿਆ ਹੋਇਆ ਨਾ 78, ਜੋੜਫਲ ਜਿਹੜਾ ਉਹ 78 ਹੈ। n ਦੀ ਕੀਮਤ ਜਿਹੜੀ ਅਸੀਂ ਪਤਾ ਕਰਾਂਗੇ, ਇਹਦੇ 'ਚ n ਦੀ ਕੀਮਤ ਸਾਨੂੰ ਨਹੀਂ ਪਤਾ ਹੈ, ਠੀਕ ਹੈ। ਔਰ d ਜਿਹੜਾ ਆਪਾਂ ਉਹ ਕੈਲਕੂਲੇਟ ਕਰ ਲਾਂਗੇ। d ਨੂੰ ਪਤਾ ਕਰਨ ਲਈ ਆਪਾਂ 21 ਚੋਂ 24 ਮਾਈਨਸ ਕਰ ਸਕਦੇ ਹਾਂ, ਜਾਂ 18 ਚੋਂ 21 ਘਟਾ ਜਾਂ 18 ਚੋਂ 21 ਘਟਾ ਸਕਦੇ ਹਾਂ, ਠੀਕ ਹੈ। ਤੋ 21 ਘਟਾਓ 24, ਦੂਜੇ ਪਦ ਦੇ ਵਿੱਚੋਂ ਪਹਿਲਾ ਪਦ ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ -3 ਬਣਦਾ ਹੈ, ਭਾਵ ਕਿ d ਦੀ ਜੋ ਕੀਮਤ ਹੈ ਉਹ ਸਾਡੇ ਕੋਲ ਘਟਾਓ ਦੇ 3 ਜਿਹੜਾ ਹੈ ਉਹ ਬਣ ਜਾਂਦਾ ਹੈ, ਠੀਕ ਹੈ। ਹੁਣ ਅਸੀਂ ਫਾਰਮੂਲਾ ਲਿਖਾਂਗੇ, ਆਪਣੇ ਕੋਲ ਜਿਹੜਾ ਸੂਤਰ ਹੈ, ਅਸੀਂ ਜਾਣਦੇ ਹਾਂ ਕਿ SN ਬਰਾਬਰ n/2 2a plus n-1d, ਠੀਕ ਹੈ। ਤੋ ਇਹਦੇ ਵਿੱਚ SN ਦੀ ਕੀਮਤ ਜਿਹੜੀ ਸਾਨੂੰ ਸਵਾਲ ਦੇ ਵਿੱਚ ਪਤਾ ਹੈ ਦਿੱਤੀ ਹੋਈ ਹੈ 78, ਤੋਂ ਇਹ ਅਸੀਂ 78 ਫਿਲ ਕਰ ਦਾਂਗੇ। 78 ਬਰਾਬਰ n ਦੀ ਕੀਮਤ ਸਾਨੂੰ ਨਹੀਂ ਪਤਾ ਹੈ, n/2 ਐਜ਼ ਇਟ ਇਜ਼ ਰਹਿ ਜਾਏਗਾ 2। a ਦੀ ਜੋ ਕੀਮਤ ਹੈ ਸਾਡੇ ਕੋਲ ਉਹ 24 ਹੈ ਬੱਚਿਓ, ਤੋ a ਦੀ ਜਗ੍ਹਾ ਤੇ ਅਸੀਂ 24 ਜਿਹੜਾ ਉਹ ਭਰ ਦਿਆਂਗੇ, 24 ਹੈ। ਸੋ a ਦੀ ਜਗ੍ਹਾ ਤੇ ਆਪਾਂ 24 ਫਿਲ ਕਰਾਂਗੇ। n ਦੀ ਕੀਮਤ ਸਾਨੂੰ ਫਿਰ ਨਹੀਂ ਪਤਾ ਹੈ, n ਘਟਾਓ 1 ਕਿਵੇਂ ਰਹੇਗਾ, ਔਰ d ਦੀ ਕੀਮਤ ਜਿਹੜੀ ਆ ਉਹ -3 ਸਾਡੇ ਕੋਲ ਇੱਥੇ ਬਣ ਜਾਏਗੀ, ਠੀਕ ਹੈ। ਤੋ ਅੱਗੇ ਹੁਣ ਇਹ ਜਿਹੜਾ 2 ਹੈ ਸਾਡੇ ਕੋਲ ਥੱਲੇ, ਇਹਨੂੰ ਅਸੀਂ ਦੂਜੇ ਪਾਸੇ ਲੈ ਜਾਵਾਂਗੇ, 78 ਦੇ ਨਾਲ ਮਲਟੀਪਲਾਈ ਹੋ ਜਾਏਗਾ, 78 ਗੁਣਾ 2, ਔਰ ਇਸ ਸਾਈਡ ਇਹ ਸਾਡੇ ਕੋਲ ਬਚੇਗਾ n। 24 ਤੇ 2, 24 ਦੂਣ ਸਾਡੇ ਕੋਲ ਜਿਹੜੇ 48 ਬਣ ਜਾਂਦੇ ਨੇ, 48। -3 ਨੂੰ ਜਦੋਂ n ਦੇ ਨਾਲ ਗੁਣਾ ਕਰਾਂਗੇ ਇਹ -3n ਬਣੇਗਾ, -3 ਨੂੰ -1 ਨਾਲ ਗੁਣਾ ਕਰਾਂਗੇ ਸਾਡੇ ਕੋਲ ਜਮਾ ਦਾ 3 ਜੋ ਹੈ ਉਹ ਬਣ ਜਾਏਗਾ, ਠੀਕ ਹੈ। 78 ਨੂੰ 2 ਨਾਲ ਗੁਣਾ ਕੀਤਾ, ਇਹ ਸਾਡੇ ਕੋਲ ਬਣੇਗਾ 6, 8 ਦੂਣੀ 16, 7 ਦੂਣੀ 14 ਤੇ 15, 156। ਔਰ ਦੂਜੇ ਪਾਸੇ ਸਾਡੇ ਕੋਲ ਇਹ ਬਣੇਗਾ n। 48 ਤੇ 3 ਜਿਹੜੇ ਨੇ ਇਹ ਹੋ ਜਾਣਗੇ 51, 51 ਘਟਾਓ 3n, ਠੀਕ। ਹਾਂਜੀ, ਤੋ 156 ਬਰਾਬਰ n ਨੂੰ ਅਸੀਂ ਅੰਦਰ ਬ੍ਰੈਕਟ ਦੇ ਗੁਣਾ ਕਰਾਂਗੇ, ਸਾਡੇ ਕੋਲ 51 n ਘਟਾਓ ਦੇ 3n ਸਕੁਆਇਰ ਹੋ ਜਾਏਗਾ, 3n ਦੀ ਪਾਵਰ 2, ਠੀਕ ਹੈ ਨਾ। ਇਹ n ਜਿਹੜਾ 51 ਨਾਲ ਗੁਣਾ ਹੋਏਗਾ, ਫਿਰ n ਜਿਹੜਾ ਉਹ ਸਾਡੇ ਕੋਲ ਘਟਾਓ ਦੇ 3 ਨਾਲ ਗੁਣਾ ਹੋਏਗਾ। ਤੋ ਇਹ ਦੋਨੋਂ ਟਰਮਸ ਨੂੰ ਆਪਾਂ ਖੱਬੇ ਪਾਸੇ ਸ਼ਿਫਟ ਕਰ ਲੈਂਦੇ ਹਾਂ, ਤੋ ਇਹ ਸਾਡੇ ਕੋਲ ਬਣ ਜਾਏਗਾ 3n ਸਕੁਆਇਰ, 3n ਸਕੁਆਇਰ 3n ਦਾ ਵਰਗ ਘਟਾਓ 51n ਜਮਾ 156,
56 ठीक है। ਇਹਨਾਂ ਦੋਨਾਂ ਦਾ ਸਾਈਨ ਜਿਹੜਾ ਉਹ ਦੂਜੇ ਪਾਸੇ ਜਾ ਕੇ ਸਾਡੇ ਕੋਲ ਖੱਬੇ ਪਾਸੇ ਚੇਂਜ ਹੋ ਗਿਆ। ਸੱਜੇ ਪਾਸੇ ਹੁਣ ਸਾਡੇ ਕੋਲ ਕੀ ਬਚਿਆ, ਸਿਰਫ ਤੇ ਸਿਰਫ ਇੱਕ 0 ਜਿਹੜੀ ਆ ਉਹ ਬਚ ਜਾਂਦੀ ਹੈ, ਠੀਕ ਹੈ। ਤੋ ਜਿਹੜਾ 51 ਹੈ ਉਹ ਵੀ 3 ਦੇ ਪਹਾੜੇ ਤੇ ਜਾਂਦਾ ਹੈ, 156 ਜਿਹੜਾ ਇਹ ਵੀ 3 ਦੇ ਪਹਾੜੇ 'ਚ ਜਾਂਦਾ ਹੈ। ਆਪਾਂ ਇਹ ਪੂਰੀ ਸਮੀਕਰਨ ਦੇ ਵਿੱਚੋਂ, ਪੂਰੀ ਦੋ ਘਾਤੀ ਸਮੀਕਰਨ ਜਿਹੜੀ ਸਾਡੇ ਕੋਲ ਬਣੀ ਇਹਦੇ 'ਚੋਂ ਅਸੀਂ 3 ਜਿਹੜਾ ਉਹ ਸਾਂਝਾ ਲੈ ਲਵਾਂਗੇ, ਠੀਕ ਹੈ। ਇੱਥੇ ਸਾਡੇ ਕੋਲ n ਦਾ ਵਰਗ ਬਚੇਗਾ, ਮਾਈਨਸ ਇੱਥੇ 17 ਬਚੇਗਾ, ਔਰ 156 ਦੇ ਵਿੱਚੋਂ ਨੂੰ ਜਦੋਂ ਅਸੀਂ 3 ਨਾਲ ਭਾਗ ਕਰਦੇ ਹਾਂ ਤਾਂ ਇਹ ਸਾਡੇ ਕੋਲ ਇੱਥੇ 52 ਬਚਦਾ ਹੈ, ਬਰਾਬਰ 0, ਠੀਕ ਹੈ। ਤੋ ਜਿਹੜਾ ਕਾਂਸਟੈਂਟ ਹੈ ਇਹ ਤੇ 0 ਨਾਲ ਉਧਰ ਖਤਮ ਕੀਤਾ ਜਾ ਸਕਦਾ ਹੈ। ਤੋ ਸਾਡੇ ਕੋਲ ਜਿਹੜੀ ਸਮੀਕਰਨ ਹੈ ਉਹ n² ਮਾਈਨਸ 17n प्लस 52 जमा 52 बराबर 0 जो है वो बच जाएगी, ठीक। ਹੁਣ ਇਸ ਦੋ ਘਾਤੀ ਸਮੀਕਰਨ ਨੂੰ ਆਪਾਂ ਹੱਲ ਕਰਕੇ ਇਹਦੇ ਵਿੱਚੋਂ n ਦੀ ਜਿਹੜੀ ਕੀਮਤ ਹੈ ਉਹ ਪਤਾ ਕਰਾਂਗੇ। ਸੋ ਆਪਣੇ ਕੋਲ ਜਿਹੜੀ ਦੋ ਘਾਤੀ ਸਮੀਕਰਨ ਹੈ ਉਹ ਕੀ ਬਣ ਜਾਂਦੀ ਹੈ, n² ਘਟਾਓ 17n ਜਮਾ 52 ਬਰਾਬਰ 0, ਠੀਕ ਹੈ। ਤੋ ਇਸ ਦੋ ਘਾਤੀ ਸਮੀਕਰਨ ਨੂੰ ਆਪਾਂ ਸਭ ਤੋਂ ਪਹਿਲਾਂ ਜਿਹੜਾ ਕੰਪੇਅਰ ਕਰਾਂਗੇ ਜਨਰਲ ਇਕੁਏਸ਼ਨ ਦੇ ਨਾਲ, ax² plus an² plus bn plus c ਬਰਾਬਰ 0 ਦੇ ਨਾਲ, ਠੀਕ ਹੈ। ਤੋ ਇਹਦੇ ਵਿੱਚ a ਅਸੀਂ ਦੇਖ ਸਕਦੇ ਹਾਂ ਇਹਦੀ ਕੀਮਤ ਜਿਹੜੀ ਉਹ ਸਾਡੇ ਕੋਲ 1 ਹੈ, ਠੀਕ ਹੈ, ਔਰ b ਸਾਡੇ ਕੋਲ ਮਾਈਨਸ ਦੇ 17 ਨੇ, ਔਰ c ਜਿਹੜਾ ਸਾਡੇ ਕੋਲ ਉਹ 52 ਹੈ। ਤੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਇਹਦੇ ਵਿੱਚ a ਤੇ c ਨੂੰ ਗੁਣਾ ਕਰਨਾ ਹੈ। a ਨੂੰ c ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ 52 ਹੀ ਰਹੇਗਾ, ਠੀਕ ਹੈ। ਤੋ ਦੋ ਸੰਖਿਆਵਾਂ ਆਪਾਂ ਹੁਣ ਸੋਚਣੀਆਂ ਨੇ ਜਿਨ੍ਹਾਂ ਦਾ ਜੋੜ, ਜਿਨ੍ਹਾਂ ਦਾ ਗੁਣਨਫਲ ਜਿਹੜਾ ਸਾਡੇ ਕੋਲ ਉਹ 52 52 ਬਣੇ, ਔਰ ਉਹਨਾਂ ਦਾ ਜੋੜਫਲ ਸਾਡੇ ਕੋਲ ਜਿਹੜਾ ਉਹ ਮਾਈਨਸ ਦੇ 17 ਬਣਨੇ ਚਾਹੀਦੇ ਨੇ, ਠੀਕ ਹੈ। ਤੋ ਦੋ ਸੰਖਿਆਵਾਂ, ਇੱਕ ਸਾਡੇ ਕੋਲ ਸੰਖਿਆ ਹੋ ਜਾਏਗੀ -13 ਔਰ ਇੱਕ ਸੰਖਿਆ ਹੋ ਜਾਏਗੀ -4, ਠੀਕ ਹੈ। 13 ਚੌਕ ਸਾਡੇ ਕੋਲ ਜਿਹੜੇ 52 ਹੁੰਦੇ ਨੇ, 13 ਤੇ 4 ਨੂੰ ਜਦੋਂ ਅਸੀਂ ਐਡ ਕਰਾਂਗੇ ਤਾਂ ਉਹ ਸਾਡੇ ਕੋਲ, ਕਿਉਂਕਿ ਦੋਨੋਂ ਘਟਾਓ ਦੇ ਨੇ ਤਾਂ ਘਟਾਓ ਦੇ 17 ਬਣ ਜਾਣਗੇ। ਸੋ ਕਹਿਣ ਦਾ ਭਾਵ ਹੈ ਜਿਹੜਾ ਇਹ ਸਾਡੇ ਕੋਲ ਬਣੇਗਾ n² -13n, 17 ਨੂੰ ਅਸੀਂ ਬ੍ਰੇਕ ਕਰ ਲਿਆ, ਤੋੜ ਲਿਆ, ਘਟਾਓ ਦੇ 13 ਅਤੇ ਘਟਾਓ ਦੇ 4n ਦੇ ਵਿੱਚ। ਤੋ ਪਹਿਲੇ ਦੋਨੋਂ ਪਦਾਂ ਦੇ ਵਿੱਚੋਂ ਸਾਡੇ ਕੋਲ ਜਿਹੜਾ n ਕਾਮਨ ਆ ਜਾਏਗਾ, ਇਹ ਸਾਡੇ ਕੋਲ n ਘਟਾਓ 13 ਬਣੇਗਾ, ਔਰ ਦੂਜੇ ਦੋਨੋਂ ਪਦਾਂ ਦੇ ਵਿੱਚੋਂ ਅਸੀਂ -4 ਨੂੰ ਕਾਮਨ ਲੈ ਸਕਦੇ ਹਾਂ, ਸਾਡੇ ਕੋਲ n ਘਟਾਓ 13 ਬਣੇਗਾ ਬਰਾਬਰ 0, ਠੀਕ ਹੈ। ਤੋ ਇਹਨੂੰ ਫਰਦਰ ਅਸੀਂ ਲਿਖ ਸਕਦੇ ਹਾਂ n ਘਟਾਓ 13 ਤੇ n ਘਟਾਓ 4। ਇਸ ਤਰ੍ਹਾਂ ਦੋ ਘਾਤੀ ਸਮੀਕਰਨ ਨੂੰ ਹੱਲ ਕਰਨਾ ਤਾਂ ਮੇਰੇ ਖਿਆਲ ਅਸੀਂ 9ਵੀਂ ਕਲਾਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਿੱਖ ਲੈਂਦੇ ਹਾਂ, ਠੀਕ ਹੈ। ਤੋ ਇਹਦੇ ਵਿੱਚੋਂ ਹੁਣ ਇਹ ਦੋਨਾਂ ਦਾ ਪ੍ਰੋਡਕਟ ਜਿਹੜਾ ਉਹ ਸਾਡੇ ਕੋਲ ਦੋਨਾਂ ਦਾ ਗੁਣਨਫਲ 0 ਦੇ ਸਮਾਨ ਹੈ। ਇਹਦਾ ਮਤਲਬ ਜਾਂ ਤਾਂ ਸਾਡੇ ਕੋਲ n ਘਟਾਓ 13 ਦੀ ਕੀਮਤ ਜਿਹੜੀ ਉਹ 0 ਹੈ, ਜਾਂ ਫਿਰ ਸਾਡੇ ਕੋਲ n ਘਟਾਓ 4 ਇਹ 0 ਹੈ, ठीक है। अगर n घटाओ 13 0 है तो n की कीमत साढ़े कोल की हो जाएगी 13, और अगर साढ़े कोल n घटाओ 4 जड़ा 0 है तो n की कीमत साढ़े कोल की हो जाएगी 4, ठीक है। तो इस तरह इस सवाल दे विच जिहड़ी असीं n की कीमत पता करनी सी वो साढ़े कोल 4 भी हो सकती है जां वो साढ़े कोल 13 भी हो सकती है। सो कहण दा भाव है कि दित्ती हुई AP ਦੇ ਵਿੱਚ अगर ਅਸੀਂ ਪਹਿਲੀਆਂ 4 ਸੰਖਿਆਵਾਂ ਨੂੰ ਪਹਿਲੇ 4 ਪਦਾਂ ਨੂੰ ਜੋੜਾਂਗੇ ਤਾਂ ਵੀ ਸਾਡੇ ਕੋਲ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 78 ਹੀ ਬਣੇਗਾ, ਜਿਵੇਂ ਕਿ ਸਵਾਲ ਦੇ ਵਿੱਚ ਸਾਨੂੰ ਕਿਹਾ ਗਿਆ ਸੀਗਾ। ਔਰ ਅਗਰ ਅਸੀਂ ਪਹਿਲੇ 13 ਪਦਾਂ ਨੂੰ ਜੋੜਦੇ ਹਾਂ ਤਾਂ ਵੀ ਸਾਡੇ ਕੋਲ ਜਿਹੜਾ ਜੋੜਫਲ ਹੈ ਉਹ 78 ਹੀ ਬਣੇਗਾ। ਸੋ ਇਸ ਸਵਾਲ ਦੇ ਸਾਡੇ ਕੋਲ ਇੱਕ ਤੋਂ ਜ਼ਿਆਦਾ ਉੱਤਰ ਨੇ। ਅੱਛਾ, ਇੱਕ ਤੋਂ ਜ਼ਿਆਦਾ ਉੱਤਰ ਸਾਡੇ ਕੋਲ ਹੋਣ ਦਾ ਜਿਹੜਾ ਕਾਰਨ ਹੈ ਉਹ ਕੀ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਹੜੀ AP ਸਾਨੂੰ ਦਿੱਤੀ ਹੋਈ ਹੈ ਇਹ ਸਾਡੇ ਕੋਲ ਲਗਾਤਾਰ ਇਹਦੀਆਂ ਜਿਹੜੀਆਂ ਕੀਮਤਾਂ ਉਹ ਘਟਦੀਆਂ ਜਾ ਰਹੀਆਂ ਨੇ। 24 ਤੋਂ ਘਟ ਕੇ 21 ਹੋ ਗਿਆ, ਠੀਕ ਹੈ। 21 ਤੋਂ ਜਦੋਂ ਘਟ ਕੇ ਫਿਰ ਅੱਗੇ 18 ਹੋ ਗਿਆ, ਇਸੇ ਢੰਗ ਦੇ ਨਾਲ ਅੱਗੇ 18 ਤੋਂ ਘਟ ਕੇ ਜਦੋਂ 3 ਹੋਰ ਘਟੇਗਾ, ਇਹ 18 ਤੋਂ ਬਾਅਦ ਸਾਡੇ ਕੋਲ ਜਿਹੜਾ 15 ਬਣ ਜਾਏਗਾ, ਫਿਰ 12 ਬਣ ਜਾਏਗਾ, ਠੀਕ ਹੈ। ਤੋ AP ਦੀ ਕੀਮਤ ਅਗਰ ਲਗਾਤਾਰ ਸਾਡੇ ਕੋਲ ਘਟ ਰਹੀ ਹੈ, ਇਹਦਾ ਮਤਲਬ ਅੱਗੇ ਜਦੋਂ ਟਰਮਸ ਜਿਹੜੀਆਂ ਪਤਾ ਕੀਤੀਆਂ ਜਾਣਗੀਆਂ ਤਾਂ ਸਾਡੇ ਕੋਲ ਘਟਾਓ ਦੇ ਪਦ, ਜਿਹੜੇ ਘਟਾਓ ਦੇ ਪਦ ਆਣੇ ਸ਼ੁਰੂ ਹੋ ਜਾਣਗੇ, ਠੀਕ ਹੈ। ਤੋ ਘਟਾਓ ਦੇ ਪਦ ਨੂੰ ਜਦੋਂ ਅਸੀਂ ਜਮ੍ਹਾਂ ਦੇ ਧਨਾਤਮਕ ਪਦਾਂ ਦੇ ਵਿੱਚ ਐਡ ਕਰਾਂਗੇ, ਜੋੜਾਂਗੇ, ਤਾਂ ਉਹ ਇੱਕ ਦੂਸਰੇ ਨੂੰ ਜਿਹੜਾ ਕੱਟ ਦੇਣਗੇ। ਸੋ ਕਿਉਂਕਿ ਸਾਡੇ ਕੋਲ ਇਸ AP ਦੇ ਵਿੱਚ ਅੱਗੇ ਘਟਾਓ ਦੇ ਜਿਹੜੇ ਪਦ ਹੈ ਉਹ ਆਣੇ ਸ਼ੁਰੂ ਹੋ ਜਾਣਗੇ, ਇਸ ਲਈ ਸਾਡੇ ਕੋਲ ਇਸ ਸਵਾਲ ਦੇ ਜਿਹੜੇ ਦੋ ਉੱਤਰ ਸਾਡੇ ਕੋਲ ਉਹ ਬਣ ਰਹੇ ਨੇ, ਠੀਕ। ਲੋੜੀਂਦੇ ਪਦਾਂ ਦੀ ਸੰਖਿਆ
4 ਜਾਂ 13 ਹੋ ਸਕਦੀ ਹੈ। ਠੀਕ ਹੈ, तो ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਸੋ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆਏ ਸੀ, ਦੇਖੋ ਇਹ ਸਵਾਲ ਦੇ ਵਿੱਚ ਸਾਨੂੰ ਜਿਹੜੀ ਏਪੀ ਦਿੱਤੀ ਹੋਈ ਸੀ, ਜੋੜਫਲ ਦਿੱਤਾ ਹੋਇਆ ਸੀਗਾ, ਸਾਂਝਾ ਅੰਤਰ ਅਸੀਂ ਪਤਾ ਕੀਤਾ, ਪਰ ਇਹਦੇ ਵਿੱਚ ਅਸੀਂ n ਦੀ ਕੀਮਤ ਜਿਹੜੀ ਹੈ ਉਹ ਪਤਾ ਕੀਤੀ। ਠੀਕ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ a ਪਹਿਲਾ ਪਦ Sn ਜੋੜਫਲ n ਜਾਂ d ਚਾਰਾਂ ਦੇ ਵਿੱਚੋਂ ਸਾਨੂੰ ਕੋਈ ਵੀ ਤਿੰਨ ਦਿੱਤੇ ਹੋ ਸਕਦੇ ਆ, ਤਾਂ ਉਹਦੇ ਵਿੱਚ ਅਸੀਂ ਚੌਥਾ ਜਿਹੜਾ ਸਾਨੂੰ ਪਤਾ ਕਰਨ ਵਾਸਤੇ ਕਿਹਾ ਜਾ ਸਕਦਾ ਹੈ। ਠੀਕ ਹੈ, ਸੋ ਅਗਲਾ ਸਵਾਲ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਹੇਠਾਂ ਦਿੱਤਿਆਂ ਦਾ ਜੋੜਫਲ ਪਤਾ ਕਰੋ। ਪਹਿਲਾ ਸਵਾਲ ਹੈ ਕਿ ਪਹਿਲੀਆਂ 1000 ਧਨ ਸੰਪੂਰਨ ਸੰਖਿਆਵਾਂ ਦਾ ਜੋੜ, ਤੇ ਪਹਿਲੇ ਭਾਗ ਦੇ ਵਿੱਚ ਪਹਿਲੀਆਂ 1000 ਧਨ ਸੰਪੂਰਨ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ। ਠੀਕ ਹੈ, तो ਪਹਿਲੀਆਂ 1000 ਧਨ ਸੰਪੂਰਨ ਸੰਖਿਆਵਾਂ ਸਾਡੇ ਕੋਲ ਹੋਣਗੀਆਂ ਕਿਹੜੀਆਂ, 1 2 3 4। ਇਸੇ ਤਰ੍ਹਾਂ ਲਾਸਟ ਟਰਮ ਜਿਹੜੀ ਸਾਡੇ ਕੋਲ ਉਹ ਕੀ ਬਣੇਗੀ, 999 ਆਏਗਾ, ਤੇ ਉਸ ਤੋਂ ਬਾਅਦ ਸਾਡੇ ਕੋਲ 1000 ਆਏਗਾ। ਠੀਕ ਹੈ, तो ਇਹਦੇ 'ਚ a ਜੋ ਹੈ ਉਹ ਸਾਡੇ ਕੋਲ 1 ਹੈ, ਔਰ ਆਖਰੀ ਜਿਹੜਾ ਪਦ ਹੈ ਉਹ ਸਾਡੇ ਕੋਲ 1000 ਹੈ, ਔਰ n ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਇਹਦੇ 'ਚ ਉਹ ਵੀ 1000 ਹੈ। ਠੀਕ ਹੈ, ਕਿਉਂਕਿ n ਪਦ ਨੇ 1 ਤੋਂ ਲੈ ਕੇ ਆਪਾਂ 1000 ਤੱਕ ਜਾਂਦੇ ਹਾਂ। तो ਸਮ ਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ, Sn ਬਰਾਬਰ n/2 a plus l। तो बस ਇਹਦੇ ਵਿੱਚ ਆਪਾਂ ਕੀਮਤ ਭਰ ਦਾਂਗੇ s 1000, n ਦੀ ਕੀਮਤ ਸਾਡੇ ਕੋਲ ਕਿੰਨੀ ਹੈ 1000, तो 1000/2 a ਸਾਡੇ ਕੋਲ 1 ਹੈ, l ਸਾਡੇ ਕੋਲ 1000 ਹੈ। ਠੀਕ ਹੈ, तो 1000 ਨੂੰ 2 ਦੇ ਨਾਲ ਭਾਗ ਕੀਤਾ ਹੈ, ਮੇਰੇ ਕੋਲ ਇੱਥੇ 500 ਬਣ ਜਾਏਗਾ 500, ਔਰ ਬ੍ਰੈਕਟ ਦੇ ਵਿੱਚ ਜਿਹੜਾ ਮੇਰੇ ਕੋਲ 1001 ਬਣ ਜਾਏਗਾ। ਠੀਕ ਹੈ, तो 1001 ਨੂੰ ਆਪਾਂ ਹੁਣ 5 ਦੇ ਨਾਲ ਜਦੋਂ ਗੁਣਾ ਕਰਾਂਗੇ 500 ਦੇ ਨਾਲ, ਤਾਂ ਇਹ ਸਾਡੇ ਕੋਲ 5,05,100 ਜਿਹੜਾ ਉਹ ਬਣ ਜਾਏਗਾ। ਇਸ ਲਈ ਪਹਿਲੀਆਂ 1000 ਧਨ ਸੰਪੂਰਨ ਸੰਖਿਆਵਾਂ, ਭਾਵ ਜਿਹੜੇ ਸਾਡੇ ਕੋਲ ਪੋਜ਼ਿਟਿਵ ਇੰਡੀਜਰ ਨੇ, ਧਨ ਸੰਪੂਰਨ ਸੰਖਿਆਵਾਂ ਦਾ ਜੋੜਫਲ 5,05,100 ਹੈ। ਸੋ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਪੂਰੇ ਲੈਸਨ ਨੂੰ, ਪੂਰੇ ਲੈਕਚਰ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਿਆ ਹੋਵੇਗਾ। ਇਹਦੇ ਵਿੱਚ ਹਰ ਇੱਕ ਨੁਕਤਾ, ਹਰ ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਉਹਨੂੰ ਤੁਸੀਂ ਨੋਟ ਵੀ ਕੀਤਾ ਹੋਵੇਗਾ, ਸਮਝਿਆ ਵੀ ਹੋਵੇਗਾ, ਔਰ ਇਸ ਲੈਸਨ ਦਾ ਤੁਹਾਨੂੰ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦਾ ਹੋਣ ਵਾਲਾ ਹੈ। ਠੀਕ ਹੈ, तो ਇਸ ਦੇ ਨਾਲ ਹੀ ਅੱਜ ਮੈਂ ਇਜਾਜ਼ਤ ਲੈਂਦਾ ਹਾਂ। ਮਿਲਾਂਗੇ ਫਿਰ ਆਪਾਂ ਨਵੇਂ ਕਨਸੈਪਟ ਦੇ ਨਾਲ ਅਗਲੇ ਲੈਕਚਰ ਦੇ ਵਿੱਚ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।